ਪੋਲੀਟੀਕਲ ਸਾਇੰਸ ਦੇ ਵਿਸ਼ੇ ਦਾ ਅਧਿਐਨ ਪੰਜਾਬੀ ਮੀਡੀਅਮ ਰਾਹੀਂ ਕਰ ਰਹੇ ਸਾਰੇ ਵਿਦਿਆਰਥੀਆਂ ਦਾ ਮੈਂ ਡਾਕਟਰ ਜੋਗਿੰਦਰ ਸਿੰਘ ਹੈੱਡ ਡਿਪਾਰਟਮੈਂਟ ਆਫ ਪੋਲੀਟੀਕਲ ਸਾਇੰਸ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਸਵਾਗਤ ਕਰਦਾ ਹਾਂ। ਡੀਅਰ ਸਟੂਡੈਂਟਸ, ਸਾਡੇ ਅੱਜ ਦੇ ਇਸ ਲੈਕਚਰ ਦਾ ਉਦੇਸ਼ ਰਹੇਗਾ, ਸਬਜੈਕਟ ਰਹੇਗਾ ਰਾਜਨੀਤਿਕ ਪ੍ਰਣਾਲੀ ਦੀ ਧਾਰਨਾ, ਕਨਸੈਪਟ ਆਫ ਪੋਲੀਟੀਕਲ ਸਿਸਟਮ। ਅਸੀਂ ਇਸ ਦੇ ਵਿੱਚ ਪੋਲੀਟੀਕਲ ਸਿਸਟਮ ਦਾ ਪੂਰਾ ਇਤਿਹਾਸ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਆਬਜੈਕਟਿਵ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਧਾਰਨਾ ਕਿਉਂ ਆਈ, ਇਸ ਦਾ ਮੀਨਿੰਗ ਕੀ ਹੈ। ਪੋਲੀਟੀਕਲ ਸਿਸਟਮ ਦੇ ਕਨਸੈਪਟ ਤੋਂ ਪਹਿਲਾਂ ਪਰੰਪਰਾਵਾਦੀ ਦ੍ਰਿਸ਼ਟੀਕੋਣ ਪੋਲੀਟੀਕਲ ਸਾਇੰਸ ਦਾ ਐਗਜ਼ਿਸਟੈਂਸ ਦੇ ਵਿੱਚ ਸੀ। ਇਸ ਦ੍ਰਿਸ਼ਟੀਕੋਣ ਦੇ ਅਨੁਸਾਰ ਪੋਲੀਟੀਕਲ ਸਾਇੰਸ ਦਾ ਜਿਹੜਾ ਮੁੱਖ ਵਿਸ਼ਾ ਵਸਤੂ ਹੈ ਉਹ ਸਟੇਟ ਦੇ ਆਲੇ ਦੁਆਲੇ ਘੁੰਮਦਾ ਸੀ। ਕਈ ਕਹਿੰਦੇ ਸੀ ਗਵਰਨਮੈਂਟ ਦੀ ਸਟੱਡੀ ਕਰਦੇ ਹਾਂ, ਬਹੁਤੇ ਲੋਕ ਕਹਿੰਦੇ ਸੀ ਕਿ ਅਸੀਂ ਸਟੇਟ ਦੀ, ਰਾਜ ਦੀ ਸਟੱਡੀ ਕਰਦੇ ਹਾਂ ਪੋਲੀਟੀਕਲ ਸਾਇੰਸ ਦੇ ਵਿਸ਼ੇ ਦੇ ਵਿੱਚ। ਡੇਵਿਡ ਈਸਟਨ ਨੇ ਪੋਲੀਟੀਕਲ ਸਿਸਟਮ ਦੇ ਨਾਮ ਥੱਲੇ ਇੱਕ ਆਧੁਨਿਕ ਦ੍ਰਿਸ਼ਟੀਕੋਣ ਪੇਸ਼ ਕੀਤਾ। ਜਿਹੜਾ ਆਧੁਨਿਕ ਦ੍ਰਿਸ਼ਟੀਕੋਣ ਹੈ ਇਹ ਕਹਿੰਦਾ ਕਿ ਜਿਹੜਾ ਪੋਲੀਟੀਕਲ ਸਾਇੰਸ ਦਾ ਵਿਸ਼ਾ, ਇਸ ਦਾ ਘੇਰਾ ਬਹੁਤ ਵਿਸ਼ਾਲ ਹੈ। ਇਹ ਇਕੱਲੇ ਰਾਜ ਦੇ ਨਾਲ ਕਵਰ ਨਹੀਂ ਕੀਤਾ ਜਾ ਸਕਦਾ। ਰਾਜਨੀਤੀ ਨਾਲ ਸੰਬੰਧਿਤ ਸਾਰੀਆਂ ਗਤੀਵਿਧੀਆਂ ਨੇ ਜਿਹੜੀਆਂ ਉਹ ਰਾਜ ਦੇ ਅਧੀਨ ਨਹੀਂ ਆਉਂਦੀਆਂ, ਤੇ ਦੂਸਰੀ ਪਰੰਤੂ ਰਾਜਨੀਤੀ ਸ਼ਾਸਤਰ ਦੇ ਅਧੀਨ ਉਹ ਆਉਣੀਆਂ ਚਾਹੀਦੀਆਂ ਨੇ। ਤੇ ਦੂਸਰਾ ਉਹ ਕਹਿੰਦੇ ਨੇ ਕਿ ਦੂਜੀ ਸਮੱਸਿਆ ਇਹ ਹੈ ਕਿ ਜਦੋਂ ਅਸੀਂ ਰਾਜ ਨੂੰ ਸੈਂਟਰਲ ਪੁਆਇੰਟ ਬਣਾਉਂਦੇ ਹਾਂ ਤਾਂ ਰਾਜ ਦਾ ਤਾਂ ਅਜੇ ਤੱਕ ਕੋਈ ਨਿਸ਼ਚਿਤ ਮੀਨਿੰਗ ਵੀ ਤੈਅ ਨਹੀਂ ਹੋਇਆ। ਜਿੱਥੇ ਹੀਗਲ ਵਰਗੇ ਫਿਲਾਸਫਰ ਰਾਜ ਨੂੰ ਬਹੁਤ ਉੱਚੀ ਥਾਂ ਦਿੰਦੇ ਨੇ ਕਿ ਇਹ ਮਾਰਚ ਆਫ ਗੋਡ ਔਨ ਅਰਥ ਹੈ, ਕਿ ਪਰਮਾਤਮਾ ਦਾ ਸਰੂਪ ਹੈ ਤਾਂ ਧਰਤੀ ਤੇ। ਦੂਜੇ ਪਾਸੇ ਕਾਰਲ ਮਾਰਕਸ ਵਰਗੇ ਕੁਝ ਫਿਲਾਸਫਰ ਨੇ ਜਿਹੜੇ ਕਹਿੰਦੇ ਨੇ ਕਿ ਰਾਜ ਸ਼ੋਸ਼ਣ ਦਾ ਸਾਧਨ ਹੈ, ਲੁੱਟ ਖਸੁੱਟ ਦਾ ਸਾਧਨ ਹੈ। ਇਸ ਲਈ ਰਾਜ ਦੇ ਅਰਥਾਂ ਸੰਬੰਧੀ ਵੀ ਇੰਨੀ ਜ਼ਿਆਦਾ ਵੇਰੀਏਸ਼ਨ ਹੈ ਵੱਖ ਵੱਖਰੇ ਸਿਧਾਂਤਕਾਰਾਂ ਦੇ ਵਿਚਾਰਾਂ ਦੇ ਵਿੱਚ, ਫਿਲਾਸਫਰਾਂ ਦੇ ਵਿਚਾਰਾਂ ਦੇ ਵਿੱਚ, ਕਿ ਰਾਜ ਨੂੰ ਸੈਂਟਰਲ ਪੁਆਇੰਟ ਬਣਾਉਣਾ ਸੇਫ ਨਹੀਂ ਹੈ ਪੋਲੀਟੀਕਲ ਸਾਇੰਸ ਦਾ। ਦੂਸਰਾ ਉਹ ਕਹਿੰਦੇ ਨੇ ਕਿ ਡੇਵਿਡ ਈਸਟਨ ਕਹਿੰਦੇ ਨੇ ਕਿ ਰਾਜ ਵਿਅਕਤੀ ਦੇ ਰਾਜਨੀਤਿਕ ਸੰਬੰਧਾਂ ਨੂੰ ਨਿਯੰਤਰਿਤ ਕਰਨ ਵਾਲੀ ਇੱਕ ਸੰਸਥਾ ਹੈ, ਪਰ ਇਹ ਕੋਈ ਚਿਰ ਸਥਾਈ ਸੰਸਥਾ ਨਹੀਂ ਹੈ। ਇਹ ਕੋਈ ਕੁਦਰਤ ਵਾਂਗ ਪਰਮਾਨੈਂਟ ਬੋਡੀ ਨਹੀਂ ਹੈ। ਕਿਸੇ ਸਮੇਂ ਇਸ ਦਾ ਜਨਮ ਹੋਇਆ ਹੈ, ਕਿਸੇ ਸਮੇਂ ਇਸ ਦਾ ਅੰਤ ਵੀ ਹੋ ਸਕਦਾ ਹੈ। ਤੇ ਇਸ ਟਾਈਮ ਵੀ ਕਈ ਸਮਾਜ ਇਸ ਤਰ੍ਹਾਂ ਦੇ ਹਨ ਜਿਨ੍ਹਾਂ ਦੇ ਵਿੱਚ ਅਜੇ ਤੱਕ ਰਾਜ ਦਾ ਵਿਕਾਸ ਹੀ ਨਹੀਂ ਹੋਇਆ। ਜਿਸ ਤਰ੍ਹਾਂ ਦਾ ਰਾਜ ਅੱਜ ਅਸੀਂ ਦੇਖਦੇ ਹਾਂ, ਅੱਜ ਅਸੀਂ ਵੇਖਦੇ ਹਾਂ ਕਿ ਰਾਜ ਉਸ ਸੰਸਥਾ ਨੂੰ ਕਹਿੰਦੇ ਹਾਂ ਜਿਹਦੇ ਕੋਲ 4 ਤੱਤ ਹੋਣ, ਨਿਸ਼ਚਿਤ ਖੇਤਰ ਹੋਵੇ, ਸਰਕਾਰ ਹੋਵੇ, ਪ੍ਰਭੂ ਸੱਤਾ ਹੋਵੇ, ਆਬਾਦੀ ਹੋਵੇ। ਭਾਵ ਪ੍ਰਭੂ ਸੱਤਾ ਪੂਰਨ ਮੰਨਦੇ ਹਾਂ ਰਾਜ ਨੂੰ, ਸੋਵਰਨ ਸਟੇਟ ਦਾ ਕਨਸੈਪਟ ਮੰਨ ਕੇ ਚੱਲਦੇ ਹਾਂ। ਪਰ ਸੋਵਰਨ ਸਟੇਟ ਦਾ ਕਨਸੈਪਟ 17ਵੀਂ ਸਦੀ ਤੋਂ ਪਹਿਲਾਂ ਐਗਜ਼ਿਸਟ ਨਹੀਂ ਕਰਦਾ ਸੀ। 17ਵੀਂ ਸਦੀ ਦੇ ਵਿੱਚ 2 ਸੰਧੀਆਂ ਹੁੰਦੀਆਂ ਨੇ, ਵੈਸਟਫਾਲੀਆ ਦੀਆਂ ਸੰਧੀਆਂ। 1948 ਦੇ ਵਿੱਚ ਜਿਹੜੀ ਵੈਸਟਫਾਲੀਆ ਦੀ ਸੰਧੀ ਹੋਈ ਆ, ਉਹਦੇ ਨਾਲ ਸੋਵਰਨ ਸਟੇਟ ਦਾ ਕਨਸੈਪਟ ਹੋਣ ਦੇ ਵਿੱਚ ਆਇਆ। ਉਹ ਤੋਂ ਪਹਿਲਾਂ ਸਟੇਟ ਨੂੰ ਸੋਵਰਨ ਸਟੇਟ ਨਹੀਂ ਸੀ ਮੰਨਿਆ ਜਾਂਦਾ। ਜਿਹੜਾ ਵਿਅਕਤੀ ਤੇ ਏਕਾਧਿਕਾਰ ਹੈ ਸਟੇਟ ਦਾ ਅੱਜ ਅਸੀਂ ਮੰਨਦੇ ਹਾਂ, ਉਹ ਪਹਿਲਾਂ ਨਹੀਂ ਸੀ ਹੁੰਦਾ। ਪਹਿਲਾਂ ਚਰਚ ਦਾ ਵੀ ਅਧਿਕਾਰ ਹੁੰਦਾ ਸੀ, ਹੋਰ ਸੰਸਥਾਵਾਂ ਦਾ ਵੀ ਅਧਿਕਾਰ ਹੁੰਦਾ ਸੀ। ਸੋਵਰਨ ਸਟੇਟ ਦਾ ਕਨਸੈਪਟ ਵੈਸਟਫੈਲੀਅਨ ਸਿਸਟਮ ਤੋਂ ਹੋਂਦ 'ਚ ਆਇਆ ਹੈ। ਉਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਰਾਜ ਨਹੀਂ ਸੀ ਜਿਸ ਤਰ੍ਹਾਂ ਦਾ ਅਸੀਂ ਅੱਜ ਦੇਖਦੇ ਹਾਂ। ਬੇਸ਼ੱਕ ਰਾਜ ਦੇ ਅਧਿਐਨ ਨੂੰ ਰਾਜਨੀਤੀ ਸ਼ਾਸਤਰ ਦਾ ਬਹੁਤ ਅਹਿਮ ਹਿੱਸਾ ਮੰਨਿਆ ਜਾਂਦਾ ਹੈ, ਪਰ ਇਹ ਕਿਸੇ ਸਮੇਂ ਮੌਜੂਦ ਨਹੀਂ ਸੀ ਤੇ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਕਦੇ ਇਸ ਦੀ ਹੋਂਦ ਨਾ ਰਹੇ। ਇੱਕ ਉਦਾਹਰਨ ਦਿੰਦੇ ਨੇ ਡੇਵਿਡ ਈਸਟਨ। ਉਹ ਕਹਿੰਦੇ ਜਦੋਂ ਵੈਸਟਰਨ ਪਾਵਰਸ ਅਫਰੀਕਾ ਦੇ ਵਿੱਚ ਨਹੀਂ ਆਈਆਂ ਸੀ, ਉਸ ਸਮੇਂ ਵੀ ਕੀਨੀਆ ਦੇ ਲਾਗੋਲੀ ਤੇ ਵਗੂਸੂ ਕਬੀਲਿਆਂ ਦੇ ਵਿੱਚ ਰਾਜਨੀਤਿਕ ਸੰਗਠਨ ਸੀ, ਪਰ ਉਹਨਾਂ ਦੀ ਕੋਈ ਸਰਕਾਰ ਨਹੀਂ ਸੀ, ਕੋਈ ਕੇਂਦਰੀ ਰਾਜ ਨਹੀਂ ਸੀ ਉਹਨਾਂ ਦਾ। ਪਰ ਇਸ ਦਾ ਅਰਥ ਇਹ ਨਹੀਂ ਕਿ ਰਾਜ ਨਾ ਹੋਣਾ, ਸਰਕਾਰ ਨਾ ਹੋਣ ਦਾ ਅਰਥ ਇਹ ਨਹੀਂ ਸੀ ਕਿ ਉੱਥੇ ਕੋਈ ਰਾਜਨੀਤਿਕ ਗਤੀਵਿਧੀ ਨਹੀਂ ਹੁੰਦੀ ਸੀ। ਰਾਜਨੀਤਿਕ ਗਤੀਵਿਧੀਆਂ ਹੁੰਦੀਆਂ ਸੀ। ਉਹਨਾਂ ਦੇ ਜਿਹੜੇ ਆਪਸੀ ਸੰਬੰਧ ਨੇ ਆਪਸੀ ਰੀਤੀ ਰਿਵਾਜਾਂ ਤੇ ਆਧਾਰਿਤ ਹੁੰਦੇ ਸੀ। ਕੋਈ ਡਿਫਰੈਂਸ ਆਫ ਓਪੀਨੀਅਨ ਹੁੰਦਾ ਸੀ ਇੰਟਰਪ੍ਰੀਟੇਸ਼ਨ ਦੇ ਲਈ ਰੀਤੀ ਰਿਵਾਜਾਂ ਦਾ, ਤਾਂ ਉਹਨਾਂ ਦੀ ਸਿਆਣਿਆਂ ਦੀ ਜਿਹੜੀ ਕੌਂਸਲ ਆ, ਸਭਾ ਹੈ, ਉਹ ਮਿਲ ਕੇ ਫੈਸਲਾ ਕਰਦੀ ਸੀ। ਤੇ ਜੇ ਕਿਸੇ ਵਰਗ ਨੂੰ ਉਹ ਫੈਸਲਾ ਮਨਜ਼ੂਰ ਨਾ ਹੁੰਦਾ ਤਾਂ ਉਸ ਨੂੰ ਆਪਣੇ ਕਬੀਲੇ ਤੋਂ ਵੱਖਰੇ ਹੋਣ ਦਾ ਵੀ ਅਧਿਕਾਰ ਹੁੰਦਾ ਸੀ। ਇਸ ਤਰ੍ਹਾਂ ਰਾਜਨੀਤਿਕ ਗਤੀਵਿਧੀਆਂ ਭਾਵ ਫੈਸਲੇ ਹੁੰਦੇ ਸੀ, ਪਰ ਰਾਜ ਜਾਂ ਸਰਕਾਰ ਹੋਂਦ ਦੇ ਵਿੱਚ ਨਹੀਂ ਸੀ। ਈਸਟਨ ਕਹਿੰਦੇ ਨੇ ਕਿ ਕਿਸੇ ਵਸਤੂ ਜਾਂ ਵਰਤਾਰੇ ਨੂੰ ਅਸੀਂ ਬਿਆਨ ਕਿਵੇਂ ਕਰ ਸਕਦੇ ਹਾਂ। ਉਹ ਕਹਿੰਦੇ ਨੇ ਕਿ ਇਸ ਨੂੰ ਦਰਸਾਉਣ ਦੇ 2 ਤਰੀਕੇ ਹੁੰਦੇ ਨੇ। ਇੱਕ ਸਿੱਧਾ ਅਸੀਂ ਨਾਮ ਲੈ ਦਿੰਦੇ ਹਾਂ ਉਸ ਵਸਤੂ ਦਾ, ਤੇ ਬਾਈ ਡੈਨੋਟੇਸ਼ਨ, ਤੇ ਦੂਸਰਾ ਬਾਈ ਕੈਨੋਟੇਸ਼ਨ ਸੰਕੇਤਕ ਤਰੀਕਾ, ਨਾਮ ਵਾਲਾ ਤਰੀਕਾ ਤੇ ਉਸ ਦੇ ਲੱਛਣ ਦੱਸ ਕੇ ਉਸ ਨੂੰ ਡਿਫਾਈਨ ਕਰਨ ਦਾ ਤਰੀਕਾ। ਜਿਹੜਾ ਸਿੱਧਾ ਨਾਮ ਲੈਣ ਵਾਲਾ ਤਰੀਕਾ ਉਹ ਅਸੀਂ ਇੱਕ ਮੇਜ਼ ਤੋਂ ਐਗਜ਼ਾਮਪਲ ਲੈਂਦੇ ਹਾਂ। ਇਹ ਡੇਵਿਡ ਈਸਟਨ ਨੇ ਹੀ ਐਗਜ਼ਾਮਪਲ ਦਿੱਤੀ ਹੈ
कि ਅਸੀਂ ਮੇਜ਼ ਬਾਰੇ ਅਸੀਂ ਦੱਸਦੇ ਹਾਂ ਕਿ ਇਹ ਉਸ ਵਰਗ ਦੇ ਵਿੱਚ ਆਉਂਦਾ ਹੈ ਜਿਹਦੇ ਵਿੱਚ ਡੈਸਕ ਬੈਂਚ ਆਦਿ ਆਉਂਦੇ ਹਨ। ਪਰ ਹੋ ਸਕਦਾ ਹੈ ਸਮਾਂ ਪਾ ਕੇ ਇਹਦੇ ਵਿੱਚ ਕੋਈ ਨਵਾਂ ਆਰਟੀਕਲ ਜੁੜ ਜੇ, ਲਾਈਕ ਕੰਪਿਊਟਰ ਟੇਬਲ ਜੁੜ ਜੇ। ਫਿਰ ਅਸੀਂ ਇਸ ਦੇ ਅਰਥਾਂ ਨੂੰ ਨਿਭਾਉਂਦੇ ਰਹਾਂਗੇ ਕਿ ਮੇਜ਼ ਉਸ ਨੂੰ ਕਹਿੰਦੇ ਹਾਂ ਜਿਸ ਦੇ ਵਿੱਚ ਡੈਸਕ ਬੈਂਚ ਕੰਪਿਊਟਰ ਟੇਬਲ ਆਉਂਦੇ ਹਨ। ਹੋ ਸਕਦਾ ਹੈ ਕੱਲ੍ਹ ਨੂੰ ਇਹਦੇ ਵਿੱਚ ਕੋਈ ਹੋਰ ਨਵੀਂ ਐਡੀਸ਼ਨ ਹੋ ਜੇ। ਫਿਰ ਸਾਨੂੰ ਹਰ ਰੋਜ਼ ਇਸ ਦੇ ਅਰਥਾਂ ਨੂੰ ਨਿਭਾਉਂਦੇ ਰਹਿਣਾ ਪਵੇਗਾ, ਟੇਬਲ ਦੇ ਅਰਥਾਂ ਨੂੰ। ਤੇ ਇਹ ਤਰੀਕਾ ਹੈ ਜਿਹੜਾ ਖੋਜ ਦੇ ਕਿਸੇ ਵਿਸ਼ੇ ਦੇ ਵਿੱਚ ਜਦੋਂ ਅਸੀਂ ਜਾਣਕਾਰੀ ਸ਼ੁਰੂ ਕਰਦਾ ਹੈ ਮਨੁੱਖ, ਮੁੱਢਲੇ ਪੜਾਅ 'ਤੇ ਤਾਂ ਜ਼ਰੂਰੀ ਹੁੰਦਾ ਹੈ, ਪਰ ਜਿਉਂ-ਜਿਉਂ ਕਿਸੇ ਵਿਸ਼ੇ ਬਾਰੇ ਗਿਆਨ ਅੱਗੇ ਵੱਧਦਾ ਜਾਂਦਾ ਹੈ, ਰਿਸਰਚ ਅੱਗੇ ਵੱਧਦੀ ਜਾਂਦੀ ਹੈ, ਇਹ ਤਰੀਕਾ ਹੈ ਜਿਹੜਾ ਉਹ ਪੂਰੀ ਤਰ੍ਹਾਂ ਨਾਲ ਇਫੈਕਟਿਵ ਨਹੀਂ ਰਹਿੰਦਾ, ਜਿਹੜਾ ਨਾਮ ਲੈਣ ਵਾਲਾ ਤਰੀਕਾ ਹੈ। ਦੂਸਰੇ ਪੜਾਅ ਦੇ ਵਿੱਚ ਫਿਰ ਸਾਨੂੰ ਸੰਕੇਤਕ ਤਰੀਕਾ ਅਪਣਾਉਣਾ ਪੈਂਦਾ ਹੈ। ਸੰਕੇਤਕ ਤਰੀਕਾ ਕੀ ਹੈ? ਮੇਜ਼ ਦੀ ਹੀ ਐਗਜ਼ਾਮਪਲ ਦਿੰਦੇ ਹੋਏ ਈਸਟਨ ਕਹਿੰਦੇ ਨੇ ਕਿ ਇਹ ਇੱਕ ਇਸ ਤਰ੍ਹਾਂ ਦੀ ਵਸਤੂ ਹੈ ਜਿਸ ਦੀਆਂ 4 ਸਿੱਧੀਆਂ ਲੱਤਾਂ ਹੋਣ ਤੇ ਜਿਸ ਦਾ ਤਲ ਸਮਤਲ ਹੋਵੇ। ਇਹ ਸੰਕੇਤਕ ਤਰੀਕਾ ਹੈ। ਇਹ ਇੱਕ ਸਧਾਰਨ ਵੇਰਵਾ ਹੈ ਜਿਹੜਾ ਭਵਿੱਖ ਵਿੱਚ ਜੇ ਕੋਈ ਹੋਰ ਟੇਬਲ ਵਰਗੀ ਚੀਜ਼ ਪੈਦਾ ਹੋ ਜਾਂਦੀ ਹੈ ਤਾਂ ਸਾਨੂੰ ਇਸ ਡੈਫੀਨੇਸ਼ਨ ਨੂੰ ਚੇਂਜ ਕਰਨ ਦੀ ਜ਼ਰੂਰਤ ਨਹੀਂ ਹੈ। ਈਸਟਨ ਕਹਿੰਦੇ ਨੇ ਕਿ ਲੌਜਿਕ ਦੀ ਇਹੀ ਵਿਧੀ ਪੋਲੀਟੀਕਲ ਸਾਇੰਸ 'ਤੇ ਵੀ ਲਾਗੂ ਹੁੰਦੀ ਹੈ। ਇਸ ਲਈ ਅਸੀਂ ਇਹ ਕਹਿਣ ਦੀ ਬਜਾਏ ਕਿ ਅਸੀਂ ਰਾਜ ਬਾਰੇ ਪੜ੍ਹਦੇ ਹਾਂ, ਸਰਕਾਰ ਬਾਰੇ ਪੜ੍ਹਦੇ ਹਾਂ, ਇਸ ਸੰਸਥਾਵਾਂ ਤਾਂ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਕਿਸੇ ਸਮੇਂ ਹੋਂਦ ਵਿੱਚ ਆਈਆਂ ਨੇ ਤੇ ਕਿਸੇ ਸਮੇਂ ਇਹ ਖਤਮ ਵੀ ਹੋ ਸਕਦੀਆਂ ਨੇ। ਇਸ ਲਈ ਸਾਨੂੰ ਕੋਈ ਐਸੀ ਗਤੀਵਿਧੀ, ਐਕਟੀਵਿਟੀ ਲੱਭਣੀ ਪਵੇਗੀ ਜਿਹੜੀ ਉਸ ਸਮਾਜ ਦੇ ਵਿੱਚ ਵੀ ਹੋਵੇ ਜਿੱਥੇ ਰਾਜ ਨਾ ਹੋਵੇ। ਉਸ ਗਤੀਵਿਧੀ ਨੂੰ ਫਿਰ ਸਾਨੂੰ ਪੋਲੀਟੀਕਲ ਸਾਇੰਸ ਦਾ ਸੈਂਟਰਲ ਪੁਆਇੰਟ ਅਧਿਐਨ ਦਾ ਬਣਾਉਣਾ ਪਵੇਗਾ। ਡੇਵਿਡ ਈਸਟਨ ਸਭ ਤੋਂ ਪਹਿਲਾਂ ਤਾਂ ਰਾਜ ਦੀ ਧਾਰਨਾ ਨੂੰ ਰਿਜੈਕਟ ਕਰਦੇ ਹਨ, ਫਿਰ ਉਹ ਸ਼ਕਤੀ ਦੀ ਧਾਰਨਾ ਨੂੰ ਵੀ ਰਿਜੈਕਟ ਕਰਦੇ ਹਨ। ਕਈ ਰਾਜਨੀਤੀ ਸ਼ਾਸਤਰੀਆਂ ਨੇ ਕਿਹਾ ਕਿ ਰਾਜਨੀਤੀ ਸ਼ਾਸਤਰ ਉਹ ਵਿਸ਼ਾ ਹੈ ਜਿਸ ਦੇ ਵਿੱਚ ਸ਼ਕਤੀ ਦਾ ਅਸੀਂ ਅਧਿਐਨ ਕਰਦੇ ਹਾਂ, ਕਿਉਂਕਿ ਸ਼ਕਤੀ ਦੇ ਨਾਲ ਇੱਕ ਵਿਅਕਤੀ ਦੂਸਰੇ ਵਿਅਕਤੀਆਂ ਦੇ ਬਿਹੇਵੀਅਰ ਨੂੰ ਪ੍ਰਭਾਵਿਤ ਕਰਦਾ ਹੈ। ਈਸਟਨ ਕਹਿੰਦੇ ਹਨ ਕਿ ਜਿਹੜੀ ਰਾਜ ਦੇ ਮੁਕਾਬਲੇ ਸ਼ਕਤੀ ਦੀ ਧਾਰਨਾ ਹੈ, ਇਸ ਦਾ ਇੱਕ ਪੋਜ਼ਿਟਿਵ ਪੱਖ ਤਾਂ ਹੈ ਕਿ ਘੱਟੋ ਘੱਟ ਇਹ ਤਰੀਕਾ ਠੀਕ ਅਪਣਾਉਂਦੀ ਹੈ, ਸੰਕੇਤਕ ਦ੍ਰਿਸ਼ਟੀਕੋਣ ਅਪਣਾਉਂਦੀ ਹੈ ਨਾਮ ਵਾਲੇ ਦ੍ਰਿਸ਼ਟੀਕੋਣ ਦੀ ਬਜਾਏ। ਪਰ ਇਸ ਦਾ ਇੱਕ ਡਰਾਬੈਕ ਹੈ ਕਿ ਇਹ ਰਾਜਨੀਤਿਕ ਜੀਵਨ ਨੂੰ ਕੇਵਲ ਸਟਰਗਲ ਫਾਰ ਪਾਵਰ, ਸ਼ਕਤੀ ਲਈ ਸੰਘਰਸ਼ ਤੱਕ ਹੀ ਸੀਮਿਤ ਕਰਦੀ ਹੈ। ਸ਼ਕਤੀ ਲਈ ਸੰਘਰਸ਼ ਕਿਸੇ ਹੋਰ ਸੰਸਥਾ 'ਚ ਵੀ ਹੋ ਸਕਦਾ ਹੈ, ਜਿਵੇਂ ਪਰਿਵਾਰ ਦੇ ਵਿੱਚ, ਚਰਚ ਦੇ ਵਿੱਚ, ਈਵਨ ਡਾਕੂਆਂ ਦੇ ਗਰੋਹ ਦੇ ਵਿੱਚ ਵੀ ਸਟਰਗਲ ਫਾਰ ਪਾਵਰ ਹੋ ਸਕਦੀ ਹੈ, ਅਕਸਰ ਹੁੰਦੀ ਹੈ। ਪਰ ਉਸ ਦੇ ਵਿੱਚ ਪੋਲੀਟੀਕਲ ਸਾਇੰਸ ਦੇ ਜਿਹੜੇ ਸ਼ਾਸਤਰੀ ਨੇ ਉਹਨਾਂ ਦੀ ਕੋਈ ਇੰਟਰਸਟ ਨਹੀਂ ਹੁੰਦਾ। ਰਾਜਨੀਤੀ ਸ਼ਾਸਤਰ ਦਾ ਅਧਿਐਨ ਤਾਂ ਜਿਹੜੀ ਰਾਜਨੀਤਿਕ ਗਤੀਵਿਧੀ ਹੁੰਦੀ ਹੈ ਉਹਦੇ ਤੱਕ ਸੀਮਿਤ ਹੁੰਦਾ ਹੈ। ਇਸ ਲਈ ਰਾਜਨੀਤੀ ਸ਼ਾਸਤਰ 'ਚ ਕੀ ਸਾਨੂੰ ਪੜ੍ਹਨਾ ਚਾਹੀਦਾ ਹੈ ਅਧਿਐਨ ਖੇਤਰ ਸੰਬੰਧੀ? ਨਾ ਤਾਂ ਰਾਜ ਦੀ ਧਾਰਨਾ ਨੂੰ ਉਹ ਐਕਸੈਪਟ ਕਰਦੇ ਹਨ, ਨਾ ਹੀ ਸ਼ਕਤੀ ਦੀ ਧਾਰਨਾ ਨੂੰ ਡੇਵਿਡ ਈਸਟਨ ਐਕਸੈਪਟ ਕਰਦੇ ਹਨ, ਕਿਉਂਕਿ ਉਹ ਕਹਿੰਦੇ ਦੋਨੇ ਧਾਰਨਾਵਾਂ ਨੇ ਜਿਹੜੀਆਂ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਸਕੀਆਂ। ਫਿਰ ਰਾਜਨੀਤੀ ਸ਼ਾਸਤਰ ਦੀ ਉਹ ਕਹਿੰਦੇ ਪਹਿਚਾਣ ਕਿਵੇਂ ਕੀਤੀ ਜਾਵੇ? ਸ਼ੁਰੂ ਤੋਂ ਹੀ ਪਲੈਟੋ ਹੋਰਾਂ ਦੇ ਸਮੇਂ ਤੋਂ ਹੀ, ਗ੍ਰੀਕ ਫਿਲਾਸਫੀ ਦੇ ਸਮੇਂ ਤੋਂ ਹੀ ਇੱਕ ਇੰਟਰਸਟ ਰਿਹਾ ਹੈ ਮਨੁੱਖ ਦਾ ਕਿ ਮਨੁੱਖ ਨੂੰ ਕਿਹੋ ਜਿਹੇ ਉਦੇਸ਼ ਰੱਖਣੇ ਚਾਹੀਦੇ ਹਨ, ਅੱਛਾਈ ਕੀ ਹੈ, ਅੱਛਾ ਜੀਵਨ, ਚੰਗਾ ਜੀਵਨ, ਗੁੱਡ ਲਾਈਫ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਗੁੱਡ ਪਰਸਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ। ਈਸਟਨ ਕਹਿੰਦੇ ਇਹਨਾਂ ਸਵਾਲਾਂ ਦੇ ਜਵਾਬ ਲੱਭਣ ਲਈ ਸਾਨੂੰ ਇਹ ਖੋਜਣਾ ਪਵੇਗਾ ਕਿ ਕਿਸੇ ਸਮਾਜ ਲਈ ਸਹੀ ਸੱਤਾਧਾਰੀ ਨੀਤੀਆਂ ਕੀ ਹੋ ਸਕਦੀਆਂ ਹਨ, ਅਜਿਹੀਆਂ ਨੀਤੀਆਂ ਕਿਵੇਂ ਬਣਦੀਆਂ ਹਨ ਅਤੇ ਕਿਵੇਂ ਲਾਗੂ ਹੁੰਦੀਆਂ ਹਨ। ਉਹ ਸਟੇਟ ਦੁਆਰਾ ਵੀ ਹੋ ਸਕਦੀਆਂ ਹਨ ਸਮੇਂ ਦੇ ਕਿਸੇ ਪੜਾਅ 'ਤੇ, ਕਿਸੇ ਹੋਰ ਪੜਾਅ 'ਤੇ ਕਿਸੇ ਹੋਰ ਸੰਸਥਾ ਦੁਆਰਾ ਵੀ ਇਹ ਹੋ ਸਕਦੀਆਂ ਹਨ। ਇਸ ਤਰ੍ਹਾਂ ਡੇਵਿਡ ਈਸਟਨ ਸ਼ਕਤੀ ਤੋਂ ਸੱਤਾਧਾਰੀ ਨੀਤੀਆਂ ਵੱਲ ਜਾਂ ਸੱਤਾਧਾਰੀ ਕਦਰਾਂ ਕੀਮਤਾਂ ਵੱਲ ਇਸ ਕਨਸੈਪਟ ਨੂੰ ਲੈ ਜਾਂਦੇ ਹਨ। ਉਹ ਕਹਿੰਦੇ ਹਰ ਪਰਿਵਾਰ ਜਾਂ ਕਿਸੇ ਐਸੇ ਸਮੂਹ ਦੇ ਵਿੱਚ ਜਿੱਥੇ ਵੀ ਲੋਕ ਇਕੱਠੇ ਰਹਿੰਦੇ ਨੇ, ਸਟਰਗਲ ਫਾਰ ਪਾਵਰ ਤਾਂ ਹੁੰਦੀ ਆ। ਐਸੇ ਸਟਰਗਲ ਫਾਰ ਪਾਵਰ ਦੇ ਵਿੱਚ, ਐਸੇ ਸੰਘਰਸ਼ ਦੇ ਵਿੱਚ ਉਸ ਸੰਗਠਨ ਦੇ ਲਈ ਨੀਤੀਆਂ ਬਣਾਉਣ ਦਾ ਕਾਰਜ ਵੀ ਹੁੰਦਾ ਹੈ। ਪਰੰਤੂ ਜਿਹੜੀਆਂ ਇਹ ਨੀਤੀਆਂ ਨੇ, ਜਿਹੜੀਆਂ ਪਾਲਿਸੀਜ਼ ਨੇ, ਕੋਈ ਚਰਚ ਬਣਾਉਂਦਾ ਹੈ, ਕੋਈ ਧਾਰਮਿਕ ਸੰਸਥਾ ਬਣਾਉਂਦੀ ਹੈ, ਕੋਈ ਪਰਿਵਾਰ ਬਣਾਉਂਦਾ ਹੈ, ਉਹ ਉਸ ਪਰਿਵਾਰ, ਚਰਚ ਜਾਂ ਸੰਗਠਨ 'ਤੇ ਹੀ ਲਾਗੂ ਹੁੰਦੀਆਂ ਹਨ, ਬਾਕੀ ਦੀ ਪਬਲਿਕ 'ਤੇ ਲਾਗੂ ਨਹੀਂ ਹੁੰਦੀਆਂ। ਇਸ ਲਈ ਐਸੀਆਂ ਨੀਤੀਆਂ ਨੂੰ ਡੇਵਿਡ ਈਸਟਨ ਕਹਿੰਦੇ ਨੇ ਕਿ ਅਸੀਂ ਅਥੋਰੀਟੇਟਿਵ ਵੈਲਿਊਜ਼ ਜਾਂ ਸੱਤਾਧਾਰੀ ਕਦਰਾਂ ਕੀਮਤਾਂ ਅਸੀਂ ਨਹੀਂ ਮੰਨ ਸਕਦੇ। ਇਸ ਲਈ ਉਹ ਕਹਿੰਦੇ ਨੇ ਕਿਸੇ ਰਾਜਨੀਤਿਕ ਵਿਵਾਦ
विषय का अर्थ यह है कि ऐसिया नीतियां नूं प्रवान करवाउण की कोशिश करना जिहड़ियां समुचे समाज ते लागू हुंदियां होण, किसी एक कबीले जां परिवार ते जां एक संगठन ते नहीं, भाव वो सर्वजनक होण। जिहड़ियां नीतियां सर्वजनक मुद्दिਆਂ ਨਾਲ संबंधित होणगीਆਂ ਉਹ ਸਾਰੀਆਂ ਕਦਰਾਂ ਕੀਮਤਾਂ ਨੇ, ਉਹਨਾਂ ਦਾ ਅਧਿਐਨ ਹੀ ਰਾਜਨੀਤੀ ਸ਼ਾਸਤਰ ਦੇ ਵਿਸ਼ੇ ਵਿੱਚ ਕੀਤਾ ਜਾਵੇਗਾ। ਕਦਰਾਂ ਕੀਮਤਾਂ ਹੁੰਦੀਆਂ ਨੇ what to do what not to do, ਕੀ ਕਰਨਾ ਹੈ ਕੀ ਨਹੀਂ ਕਰਨਾ ਹੈ, ਕੀ ਠੀਕ ਹੈ ਕੀ ਗਲਤ ਹੈ। ਇਹ ਨਿਯਮ ਨੇ ਜਿਹੜੇ ਪਰਿਵਾਰ ਚਰਚ ਜਾਂ ਕਿਸੇ ਵੀ ਸੰਗਠਨ ਦੇ ਵਿੱਚ ਵੀ ਬਣਦੇ ਨੇ, ਬਟ ਉਹ ਪਬਲਿਕ ਨਹੀਂ ਹੁੰਦੇ, ਸਿਰਫ ਉਹਨਾਂ ਲੋਕਾਂ ਵਾਸਤੇ ਹੀ ਹੁੰਦੇ ਨੇ ਜਿਹੜੇ ਲੋਕ ਉਹਨਾਂ ਦੇ ਮੈਂਬਰ ਨੇ। ਪਰ ਜਿਹੜੀਆਂ ਪੋਲੀਟੀਕਲ ਸਿਸਟਮ ਦੀਆਂ ਵੈਲਿਊਜ਼ ਹੁੰਦੀਆਂ ਹਨ ਵੀ ਕੀ ਕਰਨਾ ਕੀ ਨਹੀਂ ਕਰਨਾ, ਕੀ ਠੀਕ ਹੈ ਕੀ ਗਲਤ ਹੈ, ਉਹਨਾਂ ਦਾ ਸੰਬੰਧ ਸਾਰੇ ਲੋਕਾਂ ਨਾਲ ਹੁੰਦਾ ਹੈ। ਇਸ ਲਈ ਉਹ ਕਦਰਾਂ ਕੀਮਤਾਂ ਨੇ ਜਿਹੜੀਆਂ ਪਬਲਿਕ ਹੁੰਦੀਆਂ ਨੇ, ਉਹਨਾਂ ਦਾ ਅਧਿਐਨ ਹੈ ਜਿਹੜਾ ਪੋਲੀਟੀਕਲ ਸਾਇੰਸ ਦੇ ਵਿਸ਼ੇ ਦਾ ਸੈਂਟਰਲ ਪੁਆਇੰਟ ਹੈ। ਇਹੀ ਜੇ ਸਾਰਾ ਅਧਿਐਨ ਹਰ ਤਰ੍ਹਾਂ ਦੀਆਂ ਕਦਰਾਂ ਕੀਮਤਾਂ ਦਾ ਅਧਿਐਨ ਅਸੀਂ ਪੋਲੀਟੀਕਲ ਸਾਇੰਸ ਦੇ ਵਿਸ਼ੇ ਦੇ ਵਿੱਚ ਸ਼ਾਮਲ ਕਰਦੇ ਹਾਂ, ਫਿਰ ਇਹ ਪੋਲੀਟੀਕਲ ਸਾਇੰਸ ਨਹੀਂ, ਫਿਰ ਇਸ ਨੂੰ ਸਾਨੂੰ ਸੋਸ਼ਲ ਸਾਇੰਸ ਕਹਿਣਾ ਪਵੇਗਾ। ਗਤੀਵਿਧੀਆਂ ਵਿਚਕਾਰ ਫਿਰ ਉਹ ਕਹਿੰਦੇ ਸੰਬੰਧਿਤ ਦਾ ਆਧਾਰ ਕੀ ਹੁੰਦਾ ਹੈ। ਉਹ ਜਿਹੜੀਆਂ ਅਸੀਂ ਪਿੱਛੇ ਡਿਸਕਸ ਕੀਤੀਆਂ ਨੇ ਗਤੀਵਿਧੀਆਂ, ਉਹਨਾਂ ਦਾ ਆਪਸ ਦੇ ਵਿੱਚ ਉਹ ਇਸ ਆਧਾਰ ਤੇ ਸੰਬੰਧਿਤ ਹਨ ਕਿ ਸਮਾਜਿਕ ਨੀਤੀ ਦੇ ਨਿਰਮਾਣ ਅਤੇ ਇਸ ਨੂੰ ਲਾਗੂ ਕਰਨ ਦੇ ਨਾਲ ਜੁੜੀਆਂ ਹੋਈਆਂ ਹਨ। ਐਸੀ ਨੀਤੀ ਐਸੀ ਪਾਲਿਸੀ ਜਿਹੜੀ ਸਾਰਿਆਂ ਦੇ ਨਾਲ, ਸਾਰੀ ਪਬਲਿਕ ਦੇ ਨਾਲ ਸੰਬੰਧਿਤ ਹੋਵੇ। ਇਸ ਲਈ ਜਿਹੜੀ ਗਤੀਵਿਧੀ ਸਮਾਜਿਕ ਨੀਤੀ ਦੇ ਨਿਰਮਾਣ ਤੇ ਇਸ ਨੂੰ ਲਾਗੂ ਕਰਨ ਦੇ ਨਾਲ ਜੁੜੀ ਹੋਈ ਹੋਵੇ, ਉਸ ਨੂੰ ਡੇਵਿਡਸਨ ਕਹਿੰਦੇ ਅਸੀਂ ਪੋਲੀਟੀਕਲ ਐਕਟੀਵਿਟੀ ਮੰਨ ਸਕਦੇ ਹਾਂ। ਤੇ ਪੋਲੀਟੀਕਲ ਐਕਟੀਵਿਟੀ ਦਾ ਇਹੀ ਲੱਛਣ ਇਸ ਨੂੰ ਹੋਰ ਗਤੀਵਿਧੀਆਂ ਤੋਂ ਵੱਖ ਕਰਦਾ ਹੈ, ਜਿਵੇਂ ਕਿ ਅਰਥ ਸ਼ਾਸਤਰ ਦੇ ਅਧੀਨ ਜਿਹੜੀਆਂ ਗਤੀਵਿਧੀਆਂ ਨੇ, ਜਿਹੜੀਆਂ ਫਾਈਨਾਂਸ ਨਾਲ ਸੰਬੰਧਿਤ ਹੁੰਦੀਆਂ ਨੇ, ਕੈਪੀਟਲ ਨਾਲ ਸੰਬੰਧਿਤ ਹੁੰਦੀਆਂ ਨੇ, ਉਹਨਾਂ ਤੋਂ ਡਿਫਰੈਂਸ਼ੀਏਟ ਕਰਦਾ ਹੈ। ਇਸ ਲਈ ਈਸਟਨ ਕਨਕਲੂਡ ਕਰਦੇ ਹਨ ਕਿ ਆਸਾਨੀ ਨਾਲ ਕਿਹਾ ਜਾ ਸਕਦਾ ਕਿ ਰਾਜਨੀਤੀ ਸ਼ਾਸਤਰ ਕਿਸੇ ਸਮਾਜ ਲਈ ਕਦਰਾਂ ਕੀਮਤਾਂ ਦੀ ਸੱਤਾਧਾਰੀ ਵਿਵਸਥਾ ਦਾ ਅਧਿਐਨ ਕਰਨ ਵਾਲਾ ਵਿਸ਼ਾ ਹੁੰਦਾ ਹੈ। ਕਿਸੇ ਸੁਸਾਇਟੀ ਲਈ ਅਥੋਰੀਟੇਟਿਵ ਐਲੋਕੇਸ਼ਨ ਆਫ ਵੈਲਿਊਜ਼ ਨੇ ਜਿਹੜੀਆਂ ਉਹ ਹੁੰਦੀਆਂ ਰਹਿੰਦੀਆਂ ਨੇ, ਚਾਹੇ ਰਾਜ ਹੋਵੇ ਚਾਹੇ ਨਾ ਹੋਵੇ, ਤੇ ਉਹਨਾਂ ਦਾ ਅਧਿਐਨ ਹੈ ਜਿਹੜਾ ਉਹ ਪੋਲੀਟੀਕਲ ਸਾਇੰਸ ਦੇ ਵਿਸ਼ੇ ਦੇ ਵਿੱਚ ਕੀਤਾ ਜਾਂਦਾ ਹੈ। ਸਮਾਜਿਕ ਨੀਤੀ ਦਾ ਅਰਥ ਕੀ ਹੈ। ਜਿਹੜੀਆਂ ਨੀਤੀਆਂ ਬਾਰੇ ਅਸੀਂ ਗੱਲ ਕਰਦੇ ਹਾਂ ਕਿ ਸਮਾਜਿਕ ਨੀਤੀਆਂ ਹੁੰਦੀਆਂ ਹਨ, ਉਹ ਕਹਿੰਦੇ ਕਿਹਨੂੰ ਨੇ। ਕੋਈ ਵਸਤੂ ਕੋਈ ਸਰਵਿਸ ਕਿਸ ਨੂੰ ਦਿੱਤੀ ਜਾਵੇਗੀ ਤੇ ਕਿਸ ਨੂੰ ਮਨਾਹੀ ਕੀਤੀ ਜਾਵੇਗੀ। ਅਧਿਕਾਰਾਂ ਅਤੇ ਵਿਸ਼ੇਸ਼ ਅਧਿਕਾਰਾਂ ਦਾ ਜਿਹੜਾ ਬਟਵਾਰਾ ਹੈ ਉਸ ਨੂੰ ਅਸੀਂ ਪਬਲਿਕ ਪਾਲਿਸੀ ਕਹਿੰਦੇ ਹਾਂ, ਉਸ ਨੂੰ ਅਸੀਂ ਸਮਾਜਿਕ ਨੀਤੀ ਕਹਿੰਦੇ ਹਾਂ। ਇਹਦੇ ਦੋ ਮੁੱਖ ਭਾਗ ਹੁੰਦੇ ਹਨ ਸਮਾਜਿਕ ਨੀਤੀ ਦੇ, ਇੱਕ ਤਾਂ ਨੀਤੀ ਦਾ ਨਿਰਮਾਣ ਕਰਨਾ ਤੇ ਦੂਸਰਾ ਨੀਤੀ ਨੂੰ ਲਾਗੂ ਕਰਨਾ। ਜਿਵੇਂ ਆਧੁਨਿਕ ਲੈਂਗੁਏਜ ਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਭਾਰਤ ਦੇ ਵਿੱਚ ਸੰਸਦ ਕਾਨੂੰਨ ਬਣਾਉਂਦੀ ਹੈ ਤੇ ਜਿਹੜੇ ਮੰਤਰੀ ਪਰਿਸ਼ਦ ਦਾ ਕਾਨੂੰਨ ਨੂੰ ਲਾਗੂ ਕਰਨ ਦਾ ਕਾਰਜ ਕਰਦੀ ਹੈ। ਪਰ ਡੇਵਿਡ ਈਸਟਨ ਦੀ ਜਿਹੜੀ ਇਹ ਕਨਸੈਪਟ ਹੈ ਪੋਲੀਟੀਕਲ ਸਿਸਟਮ ਦਾ, ਉਹ ਕੇਵਲ ਪਾਰਲੀਮੈਂਟ ਤੇ ਮੰਤਰੀ ਪਰਿਸ਼ਦ ਤੱਕ ਸੀਮਿਤ ਨਹੀਂ ਹੈ। ਇਹੀ ਇਸ ਦਾ ਡਿਫਰੈਂਸ ਹੈ ਮੇਨ ਪੁਰਾਣੇ ਕਨਸੈਪਟਸ ਨਾਲੋਂ, ਕਿਉਂਕਿ ਇਹ ਕਹਿੰਦੇ ਕਾਨੂੰਨ ਨੂੰ ਲਾਗੂ ਕਰਨ ਵਿੱਚ ਹੁੰਦੀ ਕੁਤਾਹੀ ਜਾਂ ਕਾਨੂੰਨ ਨੂੰ ਲਾਗੂ ਕਰਨ ਵਿੱਚ ਹੁੰਦੀ ਕਰਪਸ਼ਨ ਵੀ ਐਸੀ ਨੀਤੀ ਦਾ ਭਾਗ ਹੁੰਦੀ ਹੈ, ਕਿਉਂਕਿ ਉਹ ਇਸ ਨੂੰ ਇਫੈਕਟ ਕਰਦੀ ਹੈ। ਜਿਵੇਂ ਭਾਰਤ ਦੇ ਵਿੱਚ ਲੋਕਲ ਗਵਰਨਮੈਂਟ ਦੇ ਲਈ ਪੰਚਾਇਤਾਂ ਤੇ ਮਿਊਨਿਸਪੈਲਿਟੀ ਦੇ ਵਿੱਚ 50% ਸੀਟਾਂ ਨੇ ਜਿਹੜੀਆਂ ਉਹ ਵਿਮਨ ਦੇ ਲਈ ਰਿਜ਼ਰਵ ਨੇ। ਪਰ ਕਈ ਬਹੁਤ ਵਾਰੀ ਕੀ ਹੁੰਦਾ ਕਿ ਸਥਾਨਕ ਪੱਧਰ ਤੇ ਜਿਹੜੇ ਪੁਰਸ਼ ਨੇ ਉਹ ਆਪਣੀਆਂ ਇਸਤਰੀਆਂ ਦੇ ਨਾਮ ਤੇ ਚੋਣਾਂ ਲੜਦੇ ਨੇ, ਸਰਪੰਚੀ ਆਪ ਕਰਦੇ ਨੇ ਜਾਂ ਮਿਊਨਿਸਪਲ ਕੌਂਸਲ ਦੀ ਮੈਂਬਰੀ ਆਪ ਕਰਦੇ ਨੇ। ਭਾਵ ਤਾਕਤ ਹੈ ਜਿਹੜੀ ਪਾਵਰ ਹੈ ਇਹਦੇ ਨਾਲ ਜੁੜੀ ਹੋਈ ਉਹ ਆਪ ਇੰਜੋਏ ਕਰਦੇ ਨੇ, ਸਿਰਫ ਨਾਮ ਹੈ ਜਿਹੜਾ ਉਹ ਲੇਡੀਜ਼ ਦਾ ਰੱਖਿਆ ਜਾਂਦਾ ਹੈ। ਇਹ ਉਸ ਨੀਤੀ ਦੇ ਵਿੱਚ ਆਈ ਹੋਈ ਇੱਕ ਕਰਪਸ਼ਨ ਹੈ। ਪਰ ਡੇਵਿਡ ਈਸਟਨ ਤੇ ਗੈਬਰੀਅਲ ਐਲਮੰਡ ਜਿਹੜੇ ਇਸ ਦੇ ਮੁੱਖ ਵਿਆਖਿਆਕਾਰ ਨੇ, ਉਹ ਕਹਿੰਦੇ ਉਹ ਵੀ ਨੀਤੀ ਨਿਰਮਾਣ ਦੇ ਵਿੱਚ ਸ਼ਾਮਲ ਕੀਤੀ ਜਾਣੀ ਚਾਹੀਦੀ ਹੈ, ਤਾਂ ਹੀ ਅਸੀਂ ਕਿਸੇ ਸੁਸਾਇਟੀ ਬਾਰੇ ਸਹੀ ਅੰਦਾਜ਼ਾ ਲਾ ਸਕਦੇ ਹਾਂ ਕਿ ਉੱਥੋਂ ਦੀ ਪੋਲਿਟਿਕਸ ਕਿਵੇਂ ਚੱਲ ਰਹੀ ਹੈ। ਉਹ ਕਹਿੰਦੇ ਇਸ ਲਈ ਜੇਕਰ ਰਾਜਨੀਤਿਕ ਖੇਤਰ ਦੇ ਵਿੱਚ ਅਸੀਂ ਕੋਈ ਖੋਜ ਕਾਰਜ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਰਸਮੀ ਤੌਰ ਤੇ ਬਣਾਈਆਂ ਗਈਆਂ ਨੀਤੀਆਂ, ਭਾਵ ਰਸਮੀ ਤੌਰ ਤੇ ਬਣਾਏ ਗਏ ਕਾਨੂੰਨ ਹੀ ਨਹੀਂ, ਸਗੋਂ ਜਿਹੜੇ ਗੈਰ ਰਸਮੀ ਤੌਰ ਤੇ ਬਣੇ ਹੋਏ ਰੀਤੀ ਰਿਵਾਜ ਨੇ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਕਰਨਾ ਪਵੇਗਾ। ਭਾਵ ਚਾਹੇ ਉਹਦੇ ਵਿੱਚ ਕੋਈ ਕਰਪਸ਼ਨ ਹੀ ਆਈ ਹੋਵੇ ਕਿਸੇ ਨੀਤੀ ਦੇ ਨੂੰ ਲਾਗੂ ਕਰਨ ਦੇ ਵਿੱਚ, ਉਸ ਦਾ ਵੀ ਸਾਨੂੰ ਅਧਿਐਨ ਕਰਨਾ ਪਵੇਗਾ ਜੇ ਅਸੀਂ ਕਿਸੇ ਸੁਸਾਇਟੀ ਬਾਰੇ ਸਹੀ ਜਾਣਕਾਰੀ ਪ੍ਰਾਪਤ ਕਰਨਾ ਚਾਹੁੰਦੇ ਹਾਂ। ਸੱਤਾਧਾਰੀ ਨੀਤੀਆਂ ਦੀ ਅਸੀਂ ਗੱਲ ਕਰਦੇ ਹਾਂ, ਕੋਈ ਨੀਤੀ ਸੱਤਾਧਾਰੀ ਜਾਂ ਅਥੋਰੀਟੇਟਿਵ ਮੰਨੀ ਕਿਵੇਂ ਜਾਂਦੀ ਹੈ, ਉਸ ਦਾ ਟੈਸਟ ਇਹ ਹੈ ਕਿ ਜਿਹੜੇ ਲੋਕਾਂ ਲਈ ਉਹ ਪਾਲਿਸੀ ਬਣਾਈ ਗਈ ਹੋਵੇ ਉਹ ਇਹ ਸਮਝਣ ਕਿ ਇਸ ਨੀਤੀ ਨੂੰ ਮੰਨਣਾ ਲਾਜ਼ਮੀ ਹੈ, ਆਪਸ਼ਨਲ ਨਹੀਂ ਹੈ, ਤਾਂ ਉਹ ਨੀਤੀ ਸੱਤਾਧਾਰੀ ਮੰਨੀ ਜਾਂਦੀ ਹੈ।
ਲੋਕਾਂ ਦੁਆਰਾ ਕਿਸੇ ਨੀਤੀ ਨੂੰ ਸੱਤਾਧਾਰੀ ਸਮਝਣਾ ਉਹਨਾਂ ਦੀ ਇੱਛਾ ਤੇ ਵੀ ਆਧਾਰਿਤ ਹੋ ਸਕਦਾ ਹੈ, ਜਾਂ ਜਿਵੇਂ ਅਸੀਂ ਜਾਣਦੇ ਹਾਂ ਵੀ ਕਾਨੂੰਨ ਦੇ ਪਿੱਛੇ ਦੰਡ ਦੇਣ ਦੀ ਸ਼ਕਤੀ ਹੁੰਦੀ ਹੈ, ਉਸ ਦੰਡ ਦੇ ਡਰ ਕਾਰਨ ਵੀ ਹੋ ਸਕਦਾ ਹੈ। ਬੇਸ ਇਹਦਾ ਕੋਈ ਵੀ ਹੋ ਸਕਦਾ ਹੈ। ਜਿਹੜੇ ਮੁੱਖ ਵਿਆਖਿਆਕਾਰ ਨੇ ਸਿਸਟਮ ਅਪਰੋਚ ਦੇ ਉਹ ਹੈਗੇ ਡੇਵਿਡ ਈਸਟਨ, ਗੈਬਰੀਅਲ ਆਲਮੰਡ ਤੇ ਰਾਬਰਟ ਏਡਾਹਲ। ਇਹ ਤਿੰਨ ਮੁੱਖ ਸਿਧਾਂਤਕਾਰ ਨੇ ਜਿਨ੍ਹਾਂ ਨੇ ਇਸ ਸਿਸਟਮ ਅਪਰੋਚ ਦੀ ਵਿਆਖਿਆ ਕੀਤੀ ਹੈ। ਸ਼ੁਰੂਆਤ ਕੀਤੀ ਸੀ ਡੇਵਿਡ ਈਸਟਨ ਨੇ। ਰਾਜਨੀਤਿਕ ਪ੍ਰਣਾਲੀ ਵੱਲ ਨੂੰ ਅਸੀਂ ਕਿਉਂ ਆਏ ਹਾਂ, ਰਾਜ ਦੇ ਕਨਸੈਪਟ ਤੋਂ, ਇਹ ਅਸੀਂ ਚਰਚਾ ਕਰ ਚੁੱਕੇ ਹਾਂ। ਹੁਣ ਅਸੀਂ ਦੇਖਦੇ ਹਾਂ ਕਿ ਰਾਜਨੀਤਿਕ ਪ੍ਰਣਾਲੀ ਦਾ ਅਰਥ ਕੀ ਹੈ। ਸਭ ਤੋਂ ਪਹਿਲਾਂ ਰਾਜਨੀਤਿਕ ਸ਼ਬਦ ਤੋਂ ਸ਼ੁਰੂ ਕਰਦੇ ਹਾਂ। ਰਾਜਨੀਤਿਕ ਸ਼ਬਦ ਦਾ ਅਰਥ ਕਿਹਾ ਜਾ ਸਕਦਾ ਹੈ ਕਿ ਇਹ ਸ਼ਕਤੀ ਅਤੇ ਸੱਤਾ ਦਾ ਪ੍ਰਤੀਕ ਹੈ। ਇਸ ਗੱਲ ਦਾ ਸੰਕੇਤ ਕਰਦਾ ਹੈ ਕਿ ਉਸ ਸੰਗਠਨ ਕੋਲ ਜਿਸ ਦੀ ਅਸੀਂ ਗੱਲ ਕਰ ਰਹੇ ਹਾਂ, ਜਿਸ ਨੂੰ ਰਾਜਨੀਤਿਕ ਸੰਗਠਨ ਕਹਿੰਦੇ ਹਾਂ, ਉਸ ਕੋਲ ਉਚਿਤਤਾਪੂਰਨ ਸਰੀਰਕ ਦਬਾਅ ਸ਼ਕਤੀ ਦੀ ਵਰਤੋਂ ਦਾ ਇੱਕ ਅਧਿਕਾਰ ਹੈ। ਜਿਸ ਵੀ ਸੰਗਠਨ ਕੋਲ ਇਹ ਗੁਣ ਹੋਣ ਉਹ ਸੰਗਠਨ ਰਾਜਨੀਤਿਕ ਹੁੰਦਾ ਹੈ। ਉਚਿਤਤਾਪੂਰਨ ਸਰੀਰਕ ਦਬਾਅ ਸ਼ਕਤੀ ਦੀ ਵਰਤੋਂ ਦੇ ਇੱਕ ਅਧਿਕਾਰ ਦਾ ਭਾਵ ਹੈ ਕਿ ਸਾਨੂੰ ਕੰਪਲਸਰੀ ਤੌਰ ਤੇ ਕੁਝ ਕਰਨ ਤੋਂ ਰੋਕਿਆ ਵੀ ਜਾ ਸਕਦਾ ਹੈ, ਕੁਝ ਕਰਨ ਦੇ ਲਈ ਕੰਪੈਲ ਵੀ ਕੀਤਾ ਜਾ ਸਕਦਾ ਹੈ। ਇਹ ਅਧਿਕਾਰ ਹੈ ਜਿਹੜਾ ਉਚਿਤਤਾਪੂਰਨ ਹੁੰਦਾ ਹੈ, ਅਥਾਰਟੀ ਤੇ ਆਧਾਰਿਤ ਹੁੰਦਾ ਹੈ ਤੇ ਇਸ ਤੇ ਮੋਨੋਪੋਲੀ ਹੁੰਦੀ ਹੈ ਪੋਲੀਟੀਕਲ ਸਿਸਟਮ ਦੀ। ਕੋਈ ਹੋਰ ਸੰਗਠਨ ਸਾਡੇ ਤੇ ਸਰੀਰਕ ਦਬਾਅ ਸ਼ਕਤੀ ਦੀ ਵਰਤੋਂ ਦਾ ਜਿਹੜਾ ਅਧਿਕਾਰ ਹੈ ਉਸ ਨੂੰ ਉਚਿਤਤਾਪੂਰਨ ਤਰੀਕੇ ਦੇ ਨਾਲ ਉਸ ਦੀ ਵਰਤੋਂ ਨਹੀਂ ਕਰ ਸਕਦਾ। ਇਹ ਹੋ ਗਿਆ ਰਾਜਨੀਤਿਕ ਦਾ ਅਰਥ, ਭਾਵ ਕਿ ਸਾਨੂੰ ਕੁਝ ਕਰਨ ਨੂੰ ਕੰਪੈਲ ਕਰ ਸਕਦੀ ਹੈ, ਕੁਝ ਕਰਨ ਤੋਂ ਰੋਕ ਸਕਦੀ ਹੈ। ਪ੍ਰਣਾਲੀ ਦਾ ਅਰਥ ਕੀ ਹੈ? ਆਲਮੰਡ ਕਹਿੰਦੇ ਨੇ ਕਿ ਪ੍ਰਣਾਲੀ ਦੇ ਵਿੱਚ ਤਿੰਨ ਗੁਣ ਹੁੰਦੇ ਹਨ: ਵਿਆਪਕਤਾ, ਅੰਤਰ ਨਿਰਭਰਤਾ ਅਤੇ ਸੀਮਾਵਾਂ ਦੀ ਹੋਂਦ। ਤੇ ਆਲਮੰਡ ਤੇ ਪਾਵਲ ਦਾ ਕਹਿੰਦੇ ਹਨ ਇੱਕ ਹੋਰ ਆਰਟੀਕਲ ਦੇ ਵਿੱਚ ਕਿ ਇੱਕ ਪ੍ਰਣਾਲੀ ਤੋਂ ਭਾਵ ਭਾਗਾਂ ਦੀ ਅੰਤਰ ਨਿਰਭਰਤਾ ਅਤੇ ਇਸ ਦੇ ਅਤੇ ਵਾਤਾਵਰਣ ਦੇ ਵਿਚਕਾਰ ਕਿਸੇ ਪ੍ਰਕਾਰ ਦੀ ਸੀਮਾ ਦੀ ਹੋਂਦ ਹੁੰਦੀ ਹੈ। ਭਾਗ ਆਪਸ ਦੇ ਵਿੱਚ ਇੰਟਰਲੇਟਡ ਹੁੰਦੇ ਹਨ ਅਤੇ ਇਨਵਾਇਰਨਮੈਂਟ ਦੇ ਵਿੱਚ ਤੇ ਸਿਸਟਮ ਦੇ ਵਿੱਚ ਇੱਕ ਬਾਉਂਡਰੀ ਹੁੰਦੀ ਹੈ। ਫਿਰ ਰਾਜਨੀਤਿਕ ਸ਼ਬਦ ਦਾ ਅਰਥ ਈਸਟਨ ਨੇ ਕੀ ਦਿੱਤਾ ਹੈ? ਈਸਟਨ ਕਹਿੰਦੇ ਹਨ ਕਿ each part of the larger political canvas does not stand alone but is related to each other part। ਭਾਵ ਪੋਲੀਟੀਕਲ ਸਿਸਟਮ ਦਾ ਹਰ ਭਾਗ ਦੂਸਰਿਆਂ ਤੋਂ ਵੱਖਰਾ ਨਹੀਂ ਹੁੰਦਾ, ਦੂਸਰਿਆਂ ਦੇ ਨਾਲ ਜੁੜਿਆ ਹੋਇਆ ਹੁੰਦਾ ਹੈ। ਉਹ to put it positively that the operation of no one part can be fully understood without reference to the way in which the whole itself operates। ਰਾਜਨੀਤਿਕ ਪ੍ਰਣਾਲੀ ਦੇ ਕਿਸੇ ਵੀ ਅੰਗ ਦਾ ਅਧਿਐਨ ਅਸੀਂ ਪੂਰੇ ਸਿਸਟਮ ਤੋਂ ਵੱਖਰਾ ਕਰਕੇ ਨਹੀਂ ਕਰ ਸਕਦੇ ਕਿਉਂਕਿ ਉਹ ਪੂਰੇ ਸਿਸਟਮ ਦੇ ਨਾਲ ਜੁੜਿਆ ਹੁੰਦਾ ਹੈ। ਜਿਵੇਂ ਅਸੀਂ ਇਕੱਲਾ ਜਿਹੜਾ ਵਿਧਾਨ ਸਾਜੀ ਦਾ ਪ੍ਰੋਸੈਸ ਹੈ ਉਸ ਦਾ ਅਧਿਐਨ ਨਹੀਂ ਕਰ ਸਕਦੇ, ਉਹ ਵਿਧਾਨ ਸਾਜੀ ਹੈ ਜਿਹੜੀ ਉਹ ਇਲੈਕਸ਼ਨ ਦੇ ਨਾਲ ਵੀ ਜੁੜੀ ਹੋਈ ਹੈ। ਇਲੈਕਸ਼ਨ ਦੇ ਨਾਲ ਅਸੀਂ ਵਿਧਾਨਕਾਰਾਂ ਦੀ ਚੋਣ ਕਰਦੇ ਹਾਂ, ਇਲੈਕਸ਼ਨ ਦੇ ਵਿੱਚ ਕਰਪਸ਼ਨ ਹੁੰਦੀ ਹੈ ਜਾਂ ਨਹੀਂ, ਉਸ ਦਾ ਪ੍ਰਭਾਵ ਅੱਗੇ ਤੱਕ ਪੈਂਦਾ ਜਾਂਦਾ ਹੈ। ਤੇ ਪ੍ਰਣਾਲੀ ਦਾ ਅਰਥ ਦਿੰਦੇ ਹਨ ਡੇਵਿਡ ਈਸਟਨ। ਉਹ ਕਹਿੰਦੇ ਹਨ ਕਿ very idea of a system suggests that we can separate political life from rest of social activity at least for analytical purposes। ਘੱਟੋ ਘੱਟ ਐਨਾਲਿਸਿਸ ਦੇ ਉਦੇਸ਼ ਲਈ ਤਾਂ ਅਸੀਂ ਪੋਲੀਟੀਕਲ ਐਕਟੀਵਿਟੀਜ਼ ਨੂੰ ਬਾਕੀ ਸੋਸ਼ਲ ਐਕਟੀਵਿਟੀਜ਼ ਤੋਂ ਵੱਖ ਕਰ ਹੀ ਸਕਦੇ ਹਾਂ। ਬੇਸ਼ੱਕ ਪ੍ਰੈਕਟੀਕਲੀ ਬਿਲਕੁਲ ਅਸੀਂ ਕੋਈ ਵਿਚਕਾਰ ਕੰਧ ਨਹੀਂ ਕਰ ਸਕਦੇ ਸਾਡੀਆਂ ਸੋਸ਼ਲ ਐਕਟੀਵਿਟੀਜ਼ ਤੇ ਪੋਲੀਟੀਕਲ ਐਕਟੀਵਿਟੀਜ਼ ਦੇ ਵਿੱਚ, ਪਰ ਜਿਵੇਂ ਇੱਕ ਐਸਟਰੋਨੌਟ ਹੈ ਜਿਹੜਾ ਉਹ ਸੋਲਰ ਸਿਸਟਮ ਨੂੰ ਡਿਫਰੈਂਟ ਕਰਕੇ ਦੇਖਦਾ ਹੈ ਪੂਰੇ ਬ੍ਰਹਿਮੰਡ ਤੋਂ, ਉਸੇ ਤਰ੍ਹਾਂ ਅਸੀਂ ਪੋਲੀਟੀਕਲ ਸਿਸਟਮ ਨੂੰ ਵੱਖਰਾ ਕਰਕੇ ਦੇਖ ਸਕਦੇ ਹਾਂ ਸਾਡੇ ਸੋਸ਼ਲ ਸਿਸਟਮ ਤੋਂ। ਰਾਜਨੀਤਿਕ ਪ੍ਰਣਾਲੀ ਦੀ ਪਰਿਭਾਸ਼ਾ ਆਲਮੰਡ ਦੇ ਪਾਵਲ ਨੇ ਦਿੱਤੀ ਹੈ। ਜਦੋਂ ਅਸੀਂ ਕਹਿੰਦੇ ਰਾਜਨੀਤਿਕ ਪ੍ਰਣਾਲੀ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਅਸੀਂ ਉਹ ਸਾਰੀਆਂ ਅੰਤਰ ਕਿਰਿਆਵਾਂ ਸ਼ਾਮਲ ਕਰ ਲੈਂਦੇ ਹਾਂ ਜੋ ਉਚਿਤਤਾਪੂਰਨ ਸ਼ਕਤੀ ਦੀ ਵਰਤੋਂ ਨੂੰ ਪ੍ਰਭਾਵਿਤ ਕਰਦੀਆਂ ਹਨ। ਡੇਵਿਡ ਈਸਟਨ ਕਹਿੰਦੇ ਨੇ ਕਿ ਰਾਜਨੀਤਿਕ ਪ੍ਰਣਾਲੀ ਕਿਸੇ ਸਮਾਜ ਦੇ ਵਿੱਚ ਅੰਤਰ ਕਿਰਿਆਵਾਂ ਦੀ ਉਹ ਪ੍ਰਣਾਲੀ ਹੈ ਜਿਸ ਦੁਆਰਾ ਕਦਰਾਂ ਕੀਮਤਾਂ ਦੀ ਸੱਤਾਧਾਰੀ ਅਤੇ ਬੰਧਨਕਾਰੀ ਵਿਵਸਥਾ ਨਿਸ਼ਚਿਤ ਕੀਤੀ ਜਾਂਦੀ ਹੈ ਅਤੇ ਲਾਗੂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਰਾਜਨੀਤਿਕ ਪ੍ਰਣਾਲੀ ਉਹ ਪ੍ਰਣਾਲੀ ਹੈ ਜਿਸ ਦੇ ਨਿਯਮ ਅਤੇ ਨਿਰਣੇ ਸੱਤਾਧਾਰੀ ਹੁੰਦੇ ਹਨ, ਭਾਵ ਸਾਰੇ ਲੋਕਾਂ ਨੂੰ ਇਸ ਦੇ ਜਿਹੜੇ ਡਿਸੀਜਨ ਹਨ, ਇਸ ਦੀਆਂ ਜਿਹੜੀਆਂ ਪਾਲਿਸੀਜ਼ ਹਨ ਮੰਨਣੀਆਂ ਪੈਂਦੀਆਂ ਹਨ। ਜਿਵੇਂ ਆਮ ਸਾਡੀ ਸੁਸਾਇਟੀ ਰੀਤੀ ਰਿਵਾਜ ਬਣਾਉਂਦੀ ਹੈ ਪਰ ਉਹਨਾਂ ਨੂੰ ਮੰਨਣਾ ਜਾਂ ਨਾ ਮੰਨਣਾ ਕਿਸੇ ਵਿਅਕਤੀ ਦੀ ਸਵੀਟ ਵਿਲ ਤੇ ਡਿਪੈਂਡ ਕਰਦਾ ਹੈ, ਬਟ ਪੋਲੀਟੀਕਲ ਸਿਸਟਮ ਦੇ ਜਿਹੜੇ
रूल ਰੈਗੂਲੇਸ਼ਨ ਨੇ ਉਹ ਸਾਨੂੰ ਫੋਲੋ ਕਰਨੇ ਪੈਂਦੇ ਹਨ, ਨਹੀਂ ਤਾਂ ਇਹਨਾਂ ਦੇ ਪਿੱਛੇ ਦੰਡ ਦੇਣ ਦੀ ਸ਼ਕਤੀ ਹੁੰਦੀ ਹੈ। ਇਹ ਸੀ ਰਾਜਨੀਤਿਕ ਪ੍ਰਣਾਲੀ ਦੇ ਮੁੱਖ ਲੱਛਣ ਤੇ ਮੁੱਖ ਕਾਰਨ ਜਿਹਦੇ ਕਰਕੇ ਪੋਲੀਟੀਕਲ ਸਾਇੰਸ ਦਾ ਵਿਸ਼ਾ ਹੈ ਜਿਹੜਾ ਇਸ ਨੇ ਸ਼ਿਫਟ ਕੀਤਾ ਆਪਣੇ ਆਪ ਨੂੰ ਰਾਜ ਅਤੇ ਸਰਕਾਰ ਦੇ ਅਧਿਐਨ ਤੋਂ ਅਸੀਂ ਪੋਲੀਟੀਕਲ ਸਿਸਟਮ ਦੇ ਅਧਿਐਨ ਵੱਲ ਆਏ, ਕਿਉਂਕਿ ਰਾਜ ਅਤੇ ਸਰਕਾਰ ਉਹਨਾਂ ਸਾਰੇ ਵਿਵਹਾਰ ਨੂੰ ਆਪਣੇ ਘੇਰੇ ਦੇ ਵਿੱਚ ਨਹੀਂ ਲੈਂਦਾ ਜਿਹੜਾ ਵਿਵਹਾਰ ਰਾਜਨੀਤਿਕ ਕਿਸਮ ਦਾ ਹੁੰਦਾ ਹੈ। ਇਸ ਲਈ ਡੇਵਿਡ ਈਸਟਨ ਨੇ ਪੋਲੀਟੀਕਲ ਸਿਸਟਮ ਦਾ ਕਨਸੈਪਟ 1953 ਵਿੱਚ ਆਪਣੀ ਪਬਲਿਸ਼ ਹੋਈ ਪੁਸਤਕ ਰਾਹੀਂ ਸਾਨੂੰ ਦਿੱਤਾ ਤੇ ਅੱਜ ਤੱਕ ਇਸ ਦਾ ਅਧਿਐਨ ਇਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਕਿਸੇ ਰਾਜ ਦੇ ਵਿੱਚ ਰਾਜਨੀਤਿਕ ਪ੍ਰਣਾਲੀ ਦੀ ਵਰਕਿੰਗ ਨੂੰ ਇਵੈਲੂਏਟ ਕਰਨ ਦੇ ਲਈ। ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।